ਆਸ਼ੀਸ਼ਿਤ ਦੂਸਰਾ ਪਸਾਹ ਆ ਗਿਆ ਹੈ। ਆਓ ਅਸੀਂ ਪਰਮੇਸ਼ਵਰ ਦੀ ਸੰਤਾਨ ਬਣਨ ਦਾ ਅਧਿਕਾਰ ਅਤੇ ਪਸਾਹ ਉਪਦੇਸ਼ ਸਿਰਲੇਖ ਨਾਲ ਪਰਮੇਸ਼ਵਰ ਦੇ ਵਚਨਾਂ ਦਾ ਅਧਿਐਨ ਕਰਕੇ ਪਸਾਹ ਦੇ ਅਰਥ ਉੱਤੇ ਗੌਰ ਕਰੀਏ। ਅੱਜ ਅਸੀਂ ਸਿਯੋਨ ਵਿੱਚ ਪਸਾਹ ਨੂੰ ਪਵਿੱਤਰ ਮਨਾ ਰਹੇ ਹਾਂ। ਇਹ ਪਸਾਹ ਪਰਮੇਸ਼ਵਰ ਦੀ ਇੱਛਾ ਅਨੁਸਾਰ ਦੁਨੀਆ ਭਰ ਵਿੱਚ ਇੱਕ ਹੋ ਕੇ ਮਨਾਇਆ ਜਾਂਦਾ ਹੈ। ਅੱਜ ਦੂਸਰਾ ਪਸਾਹ ਹੈ। ਇਹ ਪਵਿੱਤਰ ਕੈਲੰਡਰ ਦੇ ਅਨੁਸਾਰ ਦੂਸਰੇ ਮਹੀਨੇ ਦਾ 14ਵਾਂ ਦਿਨ ਹੈ। ਪਹਿਲਾ ਪਸਾਹ ਪਵਿੱਤਰ ਕੈਲੰਡਰ ਦੇ ਅਨੁਸਾਰ ਪਹਿਲੇ ਮਹੀਨੇ ਦੇ 14ਵੇਂ ਦਿਨ ਉੱਤੇ ਸੀ, ਜਿਸ ਨੂੰ ਅਸੀਂ ਪਹਿਲਾਂ ਹੀ 1 ਮਹੀਨੇ ਪਹਿਲਾਂ ਮਨਾਇਆ ਸੀ। ਜਿਨ੍ਹਾਂ ਲੋਕਾਂ ਨੂੰ ਪਹਿਲੇ ਪਸਾਹ ਤੋਂ ਬਾਅਦ ਬਪਤਿਸਮਾ ਦਿੱਤਾ ਗਿਆ ਸੀ, ਜਾਂ ਜੋ ਇੱਕ ਅਟਲ ਕਾਰਨ ਦੇ ਪਹਿਲੇ ਮਹੀਨੇ ਵਿੱਚ ਇਸ ਨੂੰ ਨਹੀਂ ਮਨਾ ਸਕੇ ਸੀ, ਉਹ ਅੱਜ ਦੂਸਰਾ ਪਸਾਹ ਮਨਾ ਰਹੇ ਹਨ। ਅੱਜ ਅਸੀਂ ਇਸ ਬਾਰੇ ਵਿੱਚ ਅਧਿਐਨ ਕਰਨ ਜਾ ਰਹੇ ਹਾਂ ਕਿ ਦੂਸਰੇ ਪਸਾਹ ਦਾ ਅਰਥ ਅਤੇ ਮਹੱਤਤਾ ਕੀ ਹੈ। ਦੋਵੇਂ ਪਸਾਹ ਜੋ ਦੂਸਰੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਅਤੇ ਪਹਿਲੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ, ਉਹਨਾਂ ਵਿੱਚ ਇੱਕ ਹੀ ਵਾਅਦਾ ਹੈ। ਮੂਸਾ ਦੀ ਵਿਵਸਥਾ ਵਿੱਚ ਪਰਮੇਸ਼ਵਰ ਦੇ ਨਿਯਮ ਅਨੁਸਾਰ ਕੇਵਲ ਉਹ ਜੋ ਪਹਿਲੇ ਮਹੀਨੇ ਵਿੱਚ ਪਸਾਹ ਨੂੰ ਨਹੀਂ ਮਨਾ ਸਕੇ, ਉਹਨਾਂ ਨੂੰ ਪਹਿਲੇ ਪਸਾਹ ਦੇ 1 ਮਹੀਨੇ ਬਾਅਦ ਦੂਸਰੇ ਮਹੀਨੇ ਵਿੱਚ ਪਸਾਹ ਦਾ ਪਰਵ ਮਨਾਉਣ ਦਾ ਮੌਕਾ ਦਿੱਤਾ ਜਾਂਦਾ ਸੀ। ਪਰਮੇਸ਼ਵਰ ਨੇ ਉਹਨਾਂ ਸਾਰੇ ਲੋਕਾਂ ਤੋਂ ਜੋ ਪਸਾਹ ਮਨਾਉਂਦੇ ਹਨ ਵਾਅਦਾ ਕੀਤਾ ਕਿ ਉਹਨਾਂ ਲਈ ਸਵਰਗ ਦਾ ਰਾਜ ਖੋਲ੍ਹਿਆ ਜਾਵੇਗਾ ਅਤੇ ਸਦੀਪਕ ਜੀਵਨ ਦਿੱਤਾ ਜਾਵੇਗਾ। ਪਰਮੇਸ਼ਵਰ ਨੇ ਉਹਨਾਂ ਉੱਤੇ ਪਾਪਾਂ ਦੀ ਮਾਫੀ ਨੂੰ ਡੋਲਣ ਦਾ ਵੀ ਵਾਅਦਾ ਕੀਤਾ। ਇਸ ਦੇ ਇਲਾਵਾ ਪਰਮੇਸ਼ਵਰ ਨੇ ਸਾਨੂੰ ਨਿਆਂ ਦੇ ਦਿਨ ਉੱਤੇ, ਜਦ ਪਰਮੇਸ਼ਵਰ ਧਰਤੀ ਦੇ ਸਾਰੇ ਲੋਕਾਂ ਉੱਤੇ 7 ਬਿਪਤਾਵਾਂ ਲਿਆਉਣਗੇ, ਅੰਤਮ ਬਿਪਤਾ ਤੋਂ ਬਚਣ ਦੇ ਲਈ ਇੱਕ ਨਿਸ਼ਾਨ ਦੇ ਰੂਪ ਵਿੱਚ ਪਸਾਹ ਦਿੱਤਾ ਹੈ। ਅਸੀਂ ਯਕੀਨਨ ਰੂਪ ਤੋਂ ਬਾਈਬਲ ਵਿੱਚ ਦੂਸਰੇ ਮਹੀਨੇ ਵਿੱਚ ਮਨਾਏ ਜਾਣ ਵਾਲੇ ਪਸਾਹ ਦੇ ਬਾਰੇ ਵਿੱਚ ਗਵਾਹੀ ਅਤੇ ਸਿੱਖਿਆ ਪਾ ਸਕਦੇ ਹਾਂ। ਜੇਕਰ ਕੋਈ ਵਿਅਕਤੀ ਕੁਝ ਵਧਾਉਂਦਾ ਹੈ ਜੋ ਬਾਈਬਲ ਵਿੱਚ ਨਹੀਂ ਹੈ, ਜਾਂ ਬਾਈਬਲ ਵਿੱਚੋਂ ਕੁਝ ਘਟਾਉਂਦਾ ਹੈ, ਤਾਂ ਕਿ ਇਹ ਸਦੀਵੀ ਸਵਰਗ ਦੇ ਰਾਜ ਦੇ ਉਹਨਾਂ ਦੇ ਰਾਹ ਲਈ ਨੁਕਸਾਨਦੇਹ ਨਹੀਂ ਹੋਵੇਗਾ। ਆਓ ਅਸੀਂ ਦੂਸਰੇ ਮਹੀਨੇ ਵਿੱਚ ਮਨਾਏ ਜਾਣ ਵਾਲੇ ਪਸਾਹ ਦੀ ਸ਼ੁਰੂਆਤ ਨੂੰ ਦੇਖਣ ਦੇ ਲਈ ਗਿਣਤੀ ਅਧਿਆਇ 9 ਉੱਤੇ ਇੱਕ ਨਜ਼ਰ ਪਾਈਏ। ਅਧਿਆਇ 9 ਵਚਨ 1। ਯਹੋਵਾ ਮੂਸਾ ਨੂੰ ਸੀਨਈ ਦੀ ਉਜਾੜ ਵਿੱਚ ਦੂਜੇ ਵਰ੍ਹੇ ਦੇ ਪਹਿਲੇ ਮਹੀਨੇ ਉਹਨਾਂ ਦੇ ਮਿਸਰ ਦੇਸ਼ ਤੋਂ ਨਿਕਲਣ ਦੇ ਮਗਰੋਂ ਬੋਲਿਆ, ਇਜ਼ਰਾਈਲੀ ਪਸਾਹ ਨੂੰ ਉਹਦੇ ਠਹਿਰਾਏ ਹੋਏ ਸਮੇਂ ਉੱਤੇ ਮਨਾਇਆ ਕਰਨ। ਉਹਨਾਂ ਨੂੰ ਠਹਿਰਾਏ ਸਮੇਂ ਤੇ ਪਸਾਹ ਮਨਾਉਣ ਦੇ ਲਈ ਕਿਹਾ ਗਿਆ ਸੀ। ਵਚਨ 3। ਇਸੇ ਮਹੀਨੇ ਦੀ 14ਵੀਂ ਦੀ ਸਾਂਝ ਨੂੰ ਠਹਿਰਾਏ ਹੋਏ ਸਮੇਂ ਉੱਤੇ ਤੁਸੀਂ ਮਨਾਇਆ ਕਰੋ। ਤਦ ਮੂਸਾ ਨੇ ਇਜ਼ਰਾਈਲੀਆਂ ਨੂੰ ਪਸਾਹ ਮਨਾਉਣ ਦੇ ਲਈ ਕਹਿ ਦਿੱਤਾ ਅਤੇ ਉਹਨਾਂ ਨੇ ਪਹਿਲੇ ਮਹੀਨੇ ਦੇ 14ਵੇਂ ਦਿਨ ਨੂੰ ਸਾਂਝ ਦੇ ਸਮੇਂ, ਇੱਥੇ ਪਹਿਲਾ ਮਹੀਨਾ ਜਾਂ ਦੂਸਰਾ ਮਹੀਨਾ ਦੋਵੇਂ ਪਵਿੱਤਰ ਕੈਲੰਡਰ ਨਾਲ ਸੰਬੰਧਿਤ ਹਨ। ਇਹ ਸੂਰਜੀ ਜਾਂ ਚੰਦਰਮਾ ਕੈਲੰਡਰ ਨਹੀਂ ਹੈ, ਬਲਕਿ ਬਾਈਬਲ ਕੈਲੰਡਰ ਹੈ। ਇਸ ਕੈਲੰਡਰ ਨੂੰ ਪਵਿੱਤਰ ਕੈਲੰਡਰ ਕਿਹਾ ਜਾਂਦਾ ਹੈ। ਉਹਨਾਂ ਨੇ ਪਵਿੱਤਰ ਕੈਲੰਡਰ ਦੇ ਅਨੁਸਾਰ ਪਹਿਲੇ ਮਹੀਨੇ ਦੇ 14ਵੇਂ ਦਿਨ ਨੂੰ ਸਾਂਝ ਦੇ ਸਮੇਂ ਸੀਨਾਈ ਦੇ ਜੰਗਲ ਵਿੱਚ ਪਸਾਹ ਨੂੰ ਮਨਾਇਆ ਅਤੇ ਜੋ ਹੁਕਮ ਯਹੋਵਾ ਨੇ ਮੂਸਾ ਨੂੰ ਦਿੱਤੇ ਸੀ, ਉਹਨਾਂ ਦੇ ਅਨੁਸਾਰ ਇਜ਼ਰਾਈਲੀਆਂ ਨੇ ਕੀਤਾ। ਵਚਨ 6। ਕਈ ਮਨੁੱਖ ਸਨ ਜਿਹੜੇ ਕਿਸੇ ਆਦਮੀ ਦੀ ਲੋਥ ਦੇ ਕਾਰਨ ਅਸ਼ੁੱਧ ਹੋ ਗਏ ਸਨ ਅਤੇ ਉਹ ਉਸ ਦਿਨ ਉੱਤੇ ਪਸਾਹ ਨੂੰ ਨਾ ਮਨਾ ਸਕੇ, ਤਾਂ ਉਹ ਮੂਸਾ ਅਰ ਹਾਰੂਨ ਦੇ ਅੱਗੇ ਉਸ ਦਿਨ ਹਾਜ਼ਰ ਹੋਏ। ਉਹਨਾਂ ਮਨੁੱਖਾਂ ਨੇ ਉਹਨੂੰ ਆਖਿਆ, ਭਾਈ ਅਸੀਂ ਇੱਕ ਆਦਮੀ ਦੀ ਲੋਥ ਦੇ ਕਾਰਨ ਅਸ਼ੁੱਧ ਹਾਂ, ਅਸੀਂ ਕਿਉਂ ਰੁਕੇ ਰਹੀਏ ਕਿ ਅਸੀਂ ਯਹੋਵਾ ਦਾ ਚੜਾਵਾ ਠਹਿਰਾਏ ਹੋਏ ਸਮੇਂ ਉੱਤੇ ਇਜ਼ਰਾਈਲੀਆਂ ਦੇ ਵਿੱਚ ਨਾ ਚੜਾਈਏ। ਮੂਸਾ ਨੇ ਉਹਨਾਂ ਨੂੰ ਆਖਿਆ, ਠਹਿਰੋ ਅਤੇ ਮੈਂ ਸੁਣਾਂਗਾ ਜਿਹੜਾ ਹੁਕਮ ਯਹੋਵਾ ਤੁਹਾਡੇ ਲਈ ਦੇਵੇਗਾ। ਫਿਰ ਯਹੋਵਾ ਮੂਸਾ ਨੂੰ ਬੋਲਿਆ, ਇਜ਼ਰਾਈਲੀਆਂ ਨੂੰ ਬੋਲ ਕਿ ਜੇ ਕੋਈ ਮਨੁੱਖ ਕਿਸੇ ਲੋਥ ਅਥਵਾ ਕਿਸੇ ਲੰਮੇ ਪੈਡੇ ਦੇ ਕਾਰਨ ਅਸ਼ੁੱਧ ਹੋ ਗਿਆ ਹੋਵੇ, ਭਾਵੇਂ ਤੁਹਾਡੇ ਵਿੱਚੋਂ ਭਾਵੇਂ ਤੁਹਾਡੀ ਅੰਸ਼ ਵਿੱਚੋਂ, ਤਾਂ ਵੀ ਉਹ ਯਹੋਵਾ ਦੀ ਪਸਾਹ ਮਨਾਵੇ। ਉਹ ਉਸ ਨੂੰ ਕਦੋਂ ਮਨਾਉਣ? ਦੂਸਰੇ ਮਹੀਨੇ ਦੇ 14ਵੇਂ ਦਿਨ ਨੂੰ ਸਾਂਝ ਦੇ ਸਮੇਂ ਮਨਾਉਣ। ਪਵਿੱਤਰ ਕੈਲੰਡਰ ਦੇ ਅਨੁਸਾਰ ਪਸਾਹ ਪਹਿਲੇ ਮਹੀਨੇ ਦੇ 14ਵੇਂ ਦਿਨ ਹੁੰਦਾ ਹੈ। ਫਿਰ ਵੀ ਜੋ ਲੋਕ ਕਿਸੇ ਅਟਲ ਕਾਰਨ ਤੋਂ ਪਸਾਹ ਨੂੰ ਨਹੀਂ ਮਨਾ ਸਕੇ ਸਨ, ਕਿ ਪਰਮੇਸ਼ਵਰ ਨੇ ਉਹਨਾਂ ਨੂੰ 1 ਮਹੀਨੇ ਬਾਅਦ ਦੂਸਰੇ ਮਹੀਨੇ ਦੇ 14ਵੇਂ ਦਿਨ ਪਸਾਹ ਨੂੰ ਮਨਾਉਣ ਦੀ ਆਗਿਆ ਨਹੀਂ ਦਿੱਤੀ। ਵਚਨ 11। ਦੂਜੇ ਮਹੀਨੇ ਦੀ 14ਵੀਂ ਦੀ ਸਾਂਝ ਨੂੰ ਉਹਨੂੰ ਮਨਾਉਣ। ਪਤੀਰੀ ਰੋਟੀ ਅਤੇ ਕੋੜੀ ਭਾਜੀ ਨਾਲ
ਉਹ ਉਹਨੂੰ ਖਾਣ ਅਤੇ ਸਵੇਰ ਤੱਕ ਕੁਝ ਬਾਕੀ ਨਾ ਛੱਡਣ ਅਤੇ ਨਾ ਹੀ ਉਹ ਉਹਦੀ ਹੱਡੀ ਤੋੜਨ। ਪਸਾਹ ਦੀ ਸਾਰੀ ਵਿਧੀ ਅਨੁਸਾਰ ਉਹਨੂੰ ਮਨਾਉਣ। ਪਰ ਜੋ ਮਨੁੱਖ ਸ਼ੁੱਧ ਹੋ ਅਤੇ ਯਾਤਰਾ ਉੱਤੇ ਨਾ ਹੋਵੇ ਪਰ ਪਸਾਹ ਦੇ ਪਰਬ ਨੂੰ ਨਾ ਮੰਨੇ, ਇਸ ਸਥਿਤੀ ਵਿੱਚ ਕੀ ਕਿਸੇ ਵਿਅਕਤੀ ਨੂੰ ਪਸਾਹ ਮਨਾਉਣ ਵਿੱਚ ਕੋਈ ਸਮੱਸਿਆ ਜਾਂ ਮੁਸ਼ਕਿਲ ਨਹੀਂ ਹੈ, ਪਰ ਪਸਾਹ ਨਹੀਂ ਮਨਾਉਂਦਾ ਹੈ, ਉਹ ਪ੍ਰਾਣੀ ਆਪਣੇ ਲੋਕਾਂ ਵਿੱਚੋਂ ਨਾਸ਼ ਕੀਤਾ ਜਾਵੇ। ਪਰਮੇਸ਼ਵਰ ਦੇ ਲੋਕਾਂ ਵਿੱਚੋਂ ਨਾਸ਼ ਕੀਤੇ ਜਾਣ ਦਾ ਮਤਲਬ ਕਿ ਸਵਰਗ ਦੇ ਰਾਜ ਵਿੱਚ ਜਾਣ ਲਈ ਅਸਮਰਥ ਹੋਣਾ ਨਹੀਂ ਹੈ। ਪਸਾਹ ਵਿੱਚ ਪਰਮੇਸ਼ਵਰ ਦੇ ਵੱਲੋਂ ਸ਼ਾਨਦਾਰ ਵਾਅਦਾ ਸ਼ਾਮਿਲ ਹੈ, ਪਰ ਜੋ ਲੋਕ ਪਸਾਹ ਮਨਾਉਣ ਵਿੱਚ ਅਸਫਲ ਰਹਿੰਦੇ ਹਨ ਉਹ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਨਹੀਂ ਕਰ ਪਾਉਣਗੇ। ਇਹ ਦੇਖਦੇ ਹੋਏ ਕਿ ਪਸਾਹ ਪਰਮੇਸ਼ਵਰ ਦਾ ਹੁਕਮ ਕਿੰਨਾ ਮਹੱਤਵਪੂਰਨ ਹੈ, ਅੱਜ ਮੈਂ ਸਵਰਗੀ ਪਿਤਾ ਜੀ ਅਤੇ ਮਾਤਾ ਜੀ ਨੂੰ ਇੱਕ ਵਾਰ ਫਿਰ ਤੋਂ ਸਾਡੇ ਲਈ ਦੂਸਰੇ ਪਸਾਹ ਨੂੰ ਮਨਾਉਣ ਦੇ ਰਾਹ ਨੂੰ ਖੋਲ੍ਹਣ ਦੇ ਲਈ ਧੰਨਵਾਦ ਅਤੇ ਮਹਿਮਾ ਦੇਣਾ ਚਾਹੁੰਦਾ ਹਾਂ। ਜੇਕਰ ਦੂਸਰਾ ਪਸਾਹ ਨੂੰ ਮਨਾਉਣ ਦਾ ਮੌਕਾ ਨਹੀਂ ਹੁੰਦਾ ਤਾਂ ਜੋ ਲੋਕ ਅੱਜ ਦੂਸਰਾ ਪਸਾਹ ਮਨਾਉਣ ਨੂੰ ਆਏ ਹਨ, ਉਹਨਾਂ ਨੂੰ ਆਤਮਿਕ ਰੂਪ ਤੋਂ ਕੁਝ ਹੱਦ ਤੱਕ ਦੁਰਦਸ਼ਾ ਦਾ ਸਾਹਮਣਾ ਕਰਨਾ ਪੈਂਦਾ, ਕਿਉਂਕਿ ਪਰਮੇਸ਼ਵਰ ਨੇ ਦੂਸਰੇ ਪਸਾਹ ਦੇ ਪਰਬ ਦਾ ਹੁਕਮ ਦਿੱਤਾ ਹੈ। ਇਸ ਲਈ ਅਸੀਂ ਸਵਰਗੀ ਨਾਗਰਿਕ ਬਣਨ ਦਾ ਵਾਅਦਾ ਪ੍ਰਾਪਤ ਕਰਨ ਵਿੱਚ ਸਫਲ ਹੋਏ ਹਾਂ, ਜੋ ਪਰਮੇਸ਼ਵਰ ਦੀ ਸੰਤਾਨਾਂ ਦੇ ਰੂਪ ਵਿੱਚ ਸਵਰਗ ਵਿੱਚ ਜਾਣਗੇ। ਪੁਰਾਣੇ ਨਿਯਮ ਵਿੱਚ ਪਸਾਹ ਨੂੰ ਲੇਲੇ ਜਾਂ ਬੱਕਰਿਆਂ ਦੇ ਦੁਆਰਾ ਮਨਾਇਆ ਜਾਂਦਾ ਸੀ, ਪਰ ਨਵਾਂ ਨਿਯਮ ਦੇ ਸਮੇਂ ਵਿੱਚ ਯੀਸ਼ੂ ਧਰਤੀ ਉੱਤੇ ਆਏ ਅਤੇ ਸਾਨੂੰ ਜਾਣਨ ਦਿੱਤਾ ਕਿ ਸਾਨੂੰ ਲੇਲੇ ਜਾਂ ਬੱਕਰਿਆਂ ਦੇ ਬਜਾਏ ਰੋਟੀ ਅਤੇ ਦਾਖਰਸ ਦੇ ਨਾਲ ਪਸਾਹ ਮਨਾਉਣਾ ਚਾਹੀਦਾ ਹੈ। ਤਦ ਪਸਾਹ ਵਿੱਚ ਕਿਹੜੀ ਆਸ਼ੀਸ਼ ਸ਼ਾਮਲ ਹੈ ਜਿਸ ਨੂੰ ਪਰਮੇਸ਼ਵਰ ਨੇ ਸਾਨੂੰ ਮਨਾਉਣ ਦਾ ਹੁਕਮ ਦਿੱਤਾ ਹੈ? ਸਭ ਤੋਂ ਪਹਿਲਾਂ ਪਰਮੇਸ਼ਵਰ ਨੇ ਸਾਨੂੰ ਇੱਕ ਯਕੀਨਨ ਨਿਸ਼ਾਨ ਦੇ ਰੂਪ ਵਿੱਚ ਪਸਾਹ ਦਿੱਤਾ, ਜਿਸ ਦੇ ਦੁਆਰਾ ਅਸੀਂ ਸਵਰਗ ਜਾ ਸਕਦੇ ਹਾਂ। ਨਾਲ ਹੀ ਪਰਮੇਸ਼ਵਰ ਨੇ ਸਾਨੂੰ ਇਸ ਗੱਲ ਦੀ ਪੁਸ਼ਟੀ ਕਰਨ ਦੇ ਲਈ ਇੱਕ ਨਿਸ਼ਾਨ ਦੇ ਰੂਪ ਵਿੱਚ ਪਸਾਹ ਦਿੱਤਾ ਕਿ ਅਸੀਂ ਪਰਮੇਸ਼ਵਰ ਦੇ ਲੋਕ ਹਾਂ। ਇਸ ਦੇ ਇਲਾਵਾ ਜਦ ਅਸੀਂ ਪਸਾਹ ਮਨਾਉਂਦੇ ਹਾਂ ਤਦ ਉਸ ਸਮੇਂ ਤੋਂ ਪਰਮੇਸ਼ਵਰ ਸਾਨੂੰ ਆਪਣੀ ਸੰਤਾਨ ਬਣਨ ਦਾ ਅਧਿਕਾਰ ਦਿੰਦੇ ਹਨ, ਜੋ ਪਰਮੇਸ਼ਵਰ ਨੂੰ ਪਿਤਾ ਜੀ ਅਤੇ ਮਾਤਾ ਜੀ ਕਹਿ ਸਕਦੀ ਹੈ। ਉਹ ਸਾਰੇ ਵਾਅਦੇ ਪਸਾਹ ਵਿੱਚ ਸ਼ਾਮਿਲ ਹੈ। ਇਸ ਲਈ ਜਿਵੇਂ ਕਿ ਬਾਈਬਲ ਵਿੱਚ ਲਿਖਿਆ ਹੈ, ਭਲੇ ਹੀ ਕੋਈ ਵਿਅਕਤੀ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਨ ਦਾ ਦਾਅਵਾ ਕਰਦਾ ਹੈ ਅਤੇ ਚਰਚ ਜਾਂਦਾ ਹੈ ਪਰ ਪਸਾਹ ਨਹੀਂ ਮਨਾਉਂਦਾ, ਉਹ ਪਰਮੇਸ਼ਵਰ ਦੇ ਲੋਕ ਹੋਣ ਦਾ ਦਾਅਵਾ ਨਹੀਂ ਕਰ ਸਕਦੇ, ਨਾ ਹੀ ਉਹ ਖੁਦ ਨੂੰ ਪਰਮੇਸ਼ਵਰ ਦੀ ਸੰਤਾਨ ਦੇ ਰੂਪ ਵਿੱਚ ਮੰਨ ਸਕਦੇ ਹਨ। ਆਓ ਹੁਣ ਅਸੀਂ ਇਸ ਗੱਲ ਦੀ ਪੁਸ਼ਟੀ ਕਰਨ ਦੇ ਲਈ ਕੁਝ ਸਮਾਂ ਲਈਏ ਕਿ ਇਹ ਸਾਡੀ ਆਪਣੀ ਜਿੱਦ ਨਹੀਂ ਹੈ ਅਤੇ ਇਹਨਾਂ ਸਾਰੀ ਸਥਿਤੀ ਨੂੰ ਬਾਈਬਲ ਵਿੱਚ ਸਪਸ਼ਟ ਰੂਪ ਤੋਂ ਪ੍ਰਮਾਣਿਤ ਕੀਤਾ ਗਿਆ ਹੈ। ਆਓ ਅਸੀਂ ਮਤੀ ਅਧਿਆਇ 26 ਵਚਨ 17 ਦੇਖੀਏ। ਪਤੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਚੇਲਿਆਂ ਨੇ ਯੀਸ਼ੂ ਕੋਲ ਆਣ ਕੇ ਆਖਿਆ, ਤੂੰ ਕਿੱਥੇ ਚਾਹੁੰਦਾ ਹੈ ਜੋ ਅਸੀਂ ਤੇਰੇ ਖਾਣ ਲਈ ਪਸਾਹ ਤਿਆਰ ਕਰੀਏ? ਚੇਲਿਆਂ ਨੇ ਯੀਸ਼ੂ ਤੋਂ ਪੁੱਛਿਆ। ਵਚਨ 18, ਉਸਨੇ ਕਿਹਾ, ਨਗਰ ਵਿੱਚ ਫਲਾਣੇ ਵਿਅਕਤੀ ਦੇ ਕੋਲ ਜਾ ਕੇ ਉਸ ਨੂੰ ਕਹੋ, ਗੁਰੂ ਕਹਿੰਦਾ ਹੈ ਕਿ ਮੇਰਾ ਵੇਲਾ ਨੇੜੇ ਹੈ, ਮੈਂ ਆਪਣੇ ਚੇਲਿਆਂ ਨਾਲ ਤੇਰੇ ਇੱਥੇ ਪਰਬ ਕਰਾਂਗਾ। ਫਿਰ ਚੇਲਿਆਂ ਨੇ ਯੀਸ਼ੂ ਦਾ ਹੁਕਮ ਮੰਨਿਆ ਅਤੇ ਪਸਾਹ ਤਿਆਰ ਕੀਤਾ। ਇਹ ਯੀਸ਼ੂ ਦਾ ਜਵਾਬ ਹੈ। ਵਚਨ 19, ਚੇਲਿਆਂ ਨੇ ਜਿਸ ਤਰ੍ਹਾਂ ਯੀਸ਼ੂ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ ਉਸੇ ਤਰ੍ਹਾਂ ਕੀਤਾ ਅਤੇ ਪਸਾਹ ਤਿਆਰ ਕੀਤੀ। ਮੂਸਾ ਦੇ ਸਮੇਂ ਵਿੱਚ ਉਹਨਾਂ ਨੇ ਲੇਲੇ ਜਾਂ ਬੱਕਰਿਆਂ ਦੇ ਦੁਆਰਾ ਪਸਾਹ ਦੀ ਤਿਆਰੀ ਕੀਤੀ ਸੀ। ਹੁਣ ਆਓ ਅਸੀਂ ਨਵਾਂ ਨਿਯਮ ਦੇ ਸਮੇਂ ਵਿੱਚ ਦੇਖੀਏ ਕਿ ਉਹ ਕੀ ਹੈ ਜੋ ਉਹਨਾਂ ਨੇ ਪਸਾਹ ਦੇ ਪਰਵ ਉੱਤੇ ਤਿਆਰ ਕੀਤਾ ਸੀ। ਅਸੀਂ ਇੱਕ ਦ੍ਰਿਸ਼ ਦੇਖਾਂਗੇ ਜਿੱਥੇ ਰੋਟੀ ਅਤੇ ਦਾਖਰਸ ਤਿਆਰ ਕੀਤੇ ਗਏ ਹਨ। ਆਓ ਅਸੀਂ ਵਚਨ 26 ਉੱਤੇ ਜਾਈਏ। ਜਦ ਉਹ ਖਾ ਰਹੇ ਸਨ ਤਾਂ ਯੀਸ਼ੂ ਨੇ ਕੀ ਲਿਆ? ਰੋਟੀ ਲਈ ਅਤੇ ਆਸ਼ੀਸ਼ ਮੰਗ ਕੇ ਤੋੜੀ। ਇਸ ਦਾ ਮਤਲਬ ਉਹਨਾਂ ਨੇ ਰੋਟੀ ਨੂੰ ਆਸ਼ੀਸ਼ ਦਿੱਤੀ ਅਤੇ ਚੇਲਿਆਂ ਨੂੰ ਦੇ ਕੇ ਕਿਹਾ, ਲੋ ਖਾਓ, ਇਹ ਕੀ ਹੈ? ਇਹ ਮੇਰਾ ਸਰੀਰ ਹੈ। ਵਚਨ 27, ਫਿਰ ਉਸਨੇ ਪਿਆਲਾ ਲੈ ਕੇ ਧੰਨਵਾਦ ਕੀਤਾ। ਇੱਥੇ ਇਹ ਪਿਆਲਾ ਉਹ ਪਿਆਲਾ ਹੈ ਜਿਸ ਵਿੱਚ ਪਸਾਹ ਦਾ ਦਾਖਰਸ ਹੈ। ਫਿਰ ਉਸਨੇ ਪਿਆਲਾ ਲੈ ਕੇ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਦੇ ਕੇ ਆਖਿਆ, ਉਹਨਾਂ ਨੇ ਸਾਨੂੰ ਕੀ ਕਰਨ ਨੂੰ ਕਿਹਾ? ਤੁਸੀਂ ਸਾਰੇ ਇਸ ਵਿੱਚੋਂ ਪੀਓ। ਕਿ ਯੀਸ਼ੂ ਨੇ ਸਾਨੂੰ ਪਸਾਹ ਦੀ ਰੋਟੀ ਅਤੇ ਦਾਖਰਸ ਖਾਣ ਅਤੇ ਪੀਣ ਲਈ ਨਹੀਂ ਕਿਹਾ ਸੀ? ਵਚਨ 28, ਕਿਉਂਕਿ ਇਹ ਨੇਮ ਦਾ ਮੇਰਾ ਉਹ ਲਹੂ ਹੈ ਜੋ ਬਹੁਤਿਆਂ ਦੇ ਲਈ ਪਾਪਾਂ ਦੀ ਮਾਫੀ ਲਈ ਵਹਾਇਆ ਜਾਂਦਾ ਹੈ। ਪੁਰਾਣੇ ਨਿਯਮ ਦੇ ਕੂਚ ਦੇ ਸਮੇਂ ਵਿੱਚ ਉਹਨਾਂ ਨੇ ਲੇਲੇ ਜਾਂ ਬੱਕਰਿਆਂ ਨੂੰ ਮਾਰਿਆ ਅਤੇ ਉਹਨਾਂ ਪਸ਼ੂਆਂ ਦਾ ਸਰੀਰ ਖਾਇਆ ਅਤੇ ਘਰਾਂ ਦੇ ਦੋਹੀਂ ਬਾਹੀਂ ਅਤੇ ਸਿਰੂ ਉੱਤੇ ਉਸ ਦੇ ਲਹੂ ਨੂੰ ਲਗਾਇਆ। ਪਰ ਜਦ ਅਸੀਂ ਨਵੇਂ ਨਿਯਮ ਦੇ ਸਮੇਂ ਵੱਲ ਅੱਗੇ ਵੱਧਦੇ ਹਾਂ ਤਾਂ ਅਸੀਂ ਦੇਖ ਸਕਦੇ ਹਾਂ ਕਿ ਜਦ ਯੀਸ਼ੂ ਨੇ ਪਸਾਹ ਮਨਾਇਆ ਤਾਂ ਉਹਨਾਂ ਨੇ ਆਪਣੇ ਚੇਲਿਆਂ ਨੂੰ ਰੋਟੀ ਅਤੇ ਦਾਖਰਸ ਦੇ ਨਾਲ ਪਸਾਹ ਮਨਾਉਣ ਦਾ ਹੁਕਮ ਦਿੱਤਾ। ਯੀਸ਼ੂ ਨੇ ਸਾਨੂੰ ਸਿਖਾਇਆ ਕਿ ਪਸਾਹ ਦੀ ਰੋਟੀ ਉਹਨਾਂ ਦਾ ਪਵਿੱਤਰ ਸਰੀਰ
ਭਾਵ ਉਹਨਾਂ ਦੇ ਪਵਿੱਤਰ ਸਰੀਰ ਨੂੰ ਦਰਸਾਉਂਦੀ ਹੈ। ਯੀਸ਼ੂ ਨੇ ਸਾਨੂੰ ਇਹ ਵੀ ਸਿਖਾਇਆ ਕਿ ਪਿਆਲੇ ਵਿੱਚ ਦਾਖਰਸ ਉਹਨਾਂ ਦੇ ਕੀਮਤੀ ਲਹੂ ਨੂੰ ਦਰਸਾਉਂਦਾ ਹੈ, ਜਿਸ ਨੂੰ ਉਹਨਾਂ ਨੇ ਸਾਰੀ ਮਨੁੱਖ ਜਾਤੀ ਦੇ ਪਾਪਾਂ ਦੀ ਮਾਫੀ ਲਈ ਡੋਲਿਆ ਸੀ। ਇਹ ਸਭ ਮਤੀ ਅਧਿਆਇ 26 ਵਚਨ 26 ਤੋਂ 27 ਵਿੱਚ ਪੂਰੀ ਤਰ੍ਹਾਂ ਨਾਲ ਸਮਝਾਇਆ ਗਿਆ ਹੈ। ਯੀਸ਼ੂ ਨੇ ਕਿਹਾ, ਇਹ ਪਿਆਲਾ ਨੇਮ ਦਾ ਮੇਰਾ ਉਹ ਲਹੂ ਹੈ ਜੋ ਬਹੁਤਿਆਂ ਦੇ ਲਈ ਪਾਪਾਂ ਦੀ ਮਾਫੀ ਦੇ ਲਈ ਵਹਾਇਆ ਜਾਂਦਾ ਹੈ, ਅਤੇ ਸਾਨੂੰ ਜਾਣਨ ਦਿੱਤਾ ਕਿ ਇਹ ਉਹਨਾਂ ਦਾ ਲਹੂ ਹੈ ਜਿਨ੍ਹਾਂ ਵਿੱਚ ਇਹ ਵਾਅਦਾ ਸ਼ਾਮਿਲ ਹੈ। ਪਰਮੇਸ਼ਵਰ ਨੇ ਉਹਨਾਂ ਸਾਰੇ ਲੋਕਾਂ ਨੂੰ ਸਦੀਪਕ ਜੀਵਨ ਦੇਣ ਦਾ ਵਾਅਦਾ ਕੀਤਾ ਜੋ ਨਵੇਂ ਨੇਮ ਦੇ ਸੱਚ ਵਿੱਚ ਰਹਿੰਦੇ ਹਨ। ਉਹਨਾਂ ਨੇ ਇਹ ਵਾਅਦਾ ਉਹਨਾਂ ਸਾਰਿਆਂ ਨਾਲ ਕੀਤਾ ਜੋ ਕੋਈ ਮਸੀਹੀ ਅਨਸਾਂਗੂ ਜੀ ਨੂੰ ਸਵੀਕਾਰ ਕਰਦੇ ਹਨ, ਜੋ ਪਵਿੱਤਰ ਆਤਮਾ ਦੇ ਯੁੱਗ ਵਿੱਚ ਧਰਤੀ ਉੱਤੇ ਆਏ ਹਨ ਅਤੇ ਜੋ ਆਤਮਾ ਅਤੇ ਲਾੜੀ ਨੂੰ ਸਵੀਕਾਰ ਕਰਦੇ ਹਨ। ਇਹ ਉਹਨਾਂ ਲੋਕਾਂ ਨੂੰ ਦਿੱਤਾ ਗਿਆ ਵਾਅਦਾ ਹੈ ਜੋ ਪਸਾਹ ਦੇ ਪਵਿੱਤਰ ਸੱਚ ਵਿੱਚ ਰਹਿੰਦੇ ਹਨ। ਆਓ ਅਸੀਂ ਯਹੋਨਾ ਦੀ ਪੁਸਤਕ ਅਧਿਆਇ 6 ਵਿੱਚ ਸਾਡੇ ਨਾਲ ਕੀਤੇ ਗਏ ਵਾਅਦੇ ਦੀ ਪੁਸ਼ਟੀ ਕਰੀਏ। ਵਚਨ 53। ਯੀਸ਼ੂ ਨੇ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਕਿ ਜਦ ਤੱਕ ਤੁਸੀਂ ਮਨੁੱਖ ਦੇ ਪੁੱਤਰ ਦਾ ਸਰੀਰ ਨਾ ਖਾਓ ਅਤੇ ਉਸ ਦਾ ਲਹੂ ਨਾ ਪੀਓ, ਤੁਹਾਡੇ ਵਿੱਚ ਕੀ ਨਹੀਂ, ਤੁਹਾਡੇ ਵਿੱਚ ਜਿਉਣ ਨਹੀਂ। ਉਹਨਾਂ ਨਾਲ ਕੀ ਹੋਵੇਗਾ ਜੋ ਲੋਕ ਪਸਾਹ ਦੀ ਰੋਟੀ ਨਹੀਂ ਖਾਂਦੇ, ਜੋ ਯੀਸ਼ੂ ਮਸੀਹ ਦੇ ਸਰੀਰ ਨੂੰ ਦਰਸਾਉਂਦੀ ਹੈ, ਅਤੇ ਜੋ ਪਸਾਹ ਦੇ ਦਾਖਰਸ ਨੂੰ ਨਹੀਂ ਪੀਂਦੇ, ਜੋ ਯੀਸ਼ੂ ਦੇ ਕੀਮਤੀ ਲਹੂ ਨੂੰ ਦਰਸਾਉਂਦਾ ਹੈ। ਯੀਸ਼ੂ ਨੇ ਕਿਹਾ ਕਿ ਉਹਨਾਂ ਵਿੱਚ ਕੋਈ ਜੀਵਨ ਨਹੀਂ ਹੈ। ਕਿ ਉਹ ਲੋਕ ਜਿਨ੍ਹਾਂ ਵਿੱਚ ਕੋਈ ਜੀਵਨ ਨਹੀਂ ਹੈ ਸਵਰਗ ਜਾ ਸਕਦੇ ਹਨ, ਜੋ ਸਦੀਪਕ ਜੀਵਨ ਦਾ ਰਾਜ ਹੈ। ਕੇਵਲ ਉਹ ਜਿਨ੍ਹਾਂ ਕੋਲ ਸਦੀਪਕ ਜੀਵਨ ਹੈ ਸਵਰਗ ਜਾ ਸਕਦੇ ਹਨ। ਪਰਮੇਸ਼ਵਰ ਨੇ ਇਸ ਕਾਰਨ ਤੋਂ ਇਸ ਸੰਸਾਰ ਵਿੱਚ ਪਸਾਹ ਦੀ ਸਥਾਪਨਾ ਕੀਤੀ ਅਤੇ ਸਾਡੇ ਨਾਲ ਇੱਕ ਨੇਮ ਬੰਨਿਆ ਤਾਂ ਜੋ ਸਾਨੂੰ ਸਦੀਪਕ ਜੀਵਨ ਦੀ ਆਸ਼ੀਸ਼ ਅਤੇ ਵਾਅਦੇ ਨੂੰ ਦੇ ਸਕਣ। ਹੋਰ ਸਾਰੇ ਸਾਲ ਵਿੱਚ ਆਉਣ ਵਾਲੇ ਪਰਬਾਂ ਨੂੰ ਸਾਲ ਵਿੱਚ ਕੇਵਲ ਇੱਕ ਵਾਰ ਮਨਾਇਆ ਜਾਂਦਾ ਹੈ, ਪਰ ਜੋ ਲੋਕ ਆਪਣੇ ਨਿਯੰਤਰਣ ਤੋਂ ਬਾਹਰ ਕਿਸੇ ਕਾਰਨ ਤੋਂ ਪਹਿਲੇ ਮਹੀਨੇ ਵਿੱਚ ਪਸਾਹ ਨਹੀਂ ਮਨਾ ਪਾਏ ਸਨ, ਉਹਨਾਂ ਲਈ ਪਰਮੇਸ਼ਵਰ ਨੇ ਪਸਾਹ ਨੂੰ ਦੂਸਰੇ ਮਹੀਨੇ ਵਿੱਚ ਇੱਕ ਵਾਰ ਹੋਰ ਮਨਾਉਣ ਦਾ ਹੁਕਮ ਦਿੱਤਾ। ਕੀ ਪਰਮੇਸ਼ਵਰ ਉਹਨਾਂ ਲੋਕਾਂ ਤੋਂ ਜੋ ਦੂਸਰੇ ਪਸਾਹ ਦਾ ਇਨਕਾਰ ਕਰਦੇ ਹਨ ਸਪਸ਼ਟ ਰੂਪ ਨਾਲ ਨਹੀਂ ਕਹਿੰਦੇ ਕਿ ਉਹਨਾਂ ਨੂੰ ਪਰਮੇਸ਼ਵਰ ਦੇ ਲੋਕਾਂ ਵਿੱਚੋਂ ਵੱਖਰਾ ਕੀਤਾ ਜਾਵੇਗਾ ਅਤੇ ਨਾਸ਼ ਕੀਤਾ ਜਾਵੇਗਾ? ਇਸੇ ਕਾਰਨ ਯਹੋਨਾ ਦੀ ਪੁਸਤਕ ਅਧਿਆਇ 6 ਵਚਨ 53 ਵਿੱਚ ਯੀਸ਼ੂ ਨੇ ਕਿਹਾ, ਜਦ ਤੱਕ ਤੁਸੀਂ ਮਨੁੱਖ ਦੇ ਪੁੱਤਰ ਦਾ ਸਰੀਰ ਨਾ ਖਾਓ ਅਤੇ ਉਹਦਾ ਲਹੂ ਨਾ ਪੀਓ, ਤੁਹਾਡੇ ਵਿੱਚ ਜਿਉਣ ਨਹੀਂ। ਮਤੀ ਦੀ ਪੁਸਤਕ 26 ਵਿੱਚ, ਜਿਸ ਨੂੰ ਅਸੀਂ ਪਹਿਲਾਂ ਪੜ੍ਹਿਆ ਸੀ, ਯੀਸ਼ੂ ਨੇ ਕਿਹਾ, ਪਸਾਹ ਦੀ ਰੋਟੀ ਮੇਰਾ ਸਰੀਰ ਹੈ ਅਤੇ ਪਸਾਹ ਦਾ ਦਾਖਰਸ ਮੇਰਾ ਲਹੂ ਹੈ। ਜੋ ਲੋਕ ਪਸਾਹ ਦੀ ਰੋਟੀ ਅਤੇ ਦਾਖਰਸ ਨਹੀਂ ਖਾਂਦੇ ਅਤੇ ਪੀਂਦੇ ਹਨ, ਉਹਨਾਂ ਵਿੱਚ ਕੋਈ ਜਿਉਣ ਨਹੀਂ ਹੈ। ਜਿਨ੍ਹਾਂ ਕੋਲ ਜਿਉਣ ਨਹੀਂ ਹੈ ਉਹ ਸਵਰਗ ਵਿੱਚ ਪ੍ਰਵੇਸ਼ ਨਹੀਂ ਕਰ ਸਕਦੇ। ਦੂਸਰੇ ਸ਼ਬਦਾਂ ਵਿੱਚ ਇਸ ਵਚਨ ਦੇ ਦੁਆਰਾ ਕਿ ਯੀਸ਼ੂ ਨੇ ਉਹਨਾਂ ਨੂੰ ਸਪਸ਼ਟ ਰੂਪ ਨਾਲ ਨਹੀਂ ਸਮਝਾਇਆ ਸੀ ਕਿ ਉਹ ਸਵਰਗ ਨਹੀਂ ਜਾ ਸਕਦੇ। ਆਓ ਅਸੀਂ ਆਇਤ 54 ਦੇਖੀਏ। ਜੋ ਮੇਰਾ ਸਰੀਰ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ, ਜੋ ਲੋਕ ਪਸਾਹ ਦੀ ਰੋਟੀ ਖਾਂਦੇ ਹਨ ਅਤੇ ਜੋ ਪਸਾਹ ਦਾ ਦਾਖਰਸ ਪੀਂਦੇ ਹਨ, ਉਹਨਾਂ ਕੋਲ ਕੀ ਹੈ? ਸਦੀਪਕ ਜਿਉਣ ਉਸੇ ਦਾ ਹੈ ਅਤੇ ਮੈਂ ਉਸ ਨੂੰ ਅੰਤਿਮ ਦਿਨ ਫਿਰ ਜਿਉਂਦਾ ਉਠਾਵਾਂਗਾ, ਕਿਉਂਕਿ ਮੇਰਾ ਸਰੀਰ ਅਸਲ ਵਿੱਚ ਖਾਣ ਦੀ ਵਸਤੂ ਹੈ ਅਤੇ ਮੇਰਾ ਲਹੂ ਅਸਲ ਵਿੱਚ ਪੀਣ ਦੀ ਵਸਤੂ ਹੈ। ਜੋ ਮੇਰਾ ਮਾਂਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ ਸੋ ਮੇਰੇ ਵਿੱਚ ਰਹਿੰਦਾ ਹੈ ਔਰ ਮੈਂ ਉਸ ਵਿੱਚ। ਜਿਸ ਤਰ੍ਹਾਂ ਜਿਉਂਦੇ ਪਿਤਾ ਨੇ ਮੈਨੂੰ ਭੇਜਿਆ ਅਤੇ ਮੈਂ ਪਿਤਾ ਦੇ ਕਾਰਨ ਜਿਉਂਦਾ ਹਾਂ, ਉਸੇ ਤਰ੍ਹਾਂ ਜਿਹੜਾ ਮੈਨੂੰ ਖਾਂਦਾ ਹੈ ਸੋ ਮੇਰੇ ਕਾਰਨ ਜੀਏਗਾ। ਸਾਰੇ ਲੋਕੋ, ਅੱਜ ਸਾਡੇ ਕੋਲ ਪਸਾਹ ਦੀ ਰੋਟੀ ਅਤੇ ਦਾਖਰਸ ਹੈ। ਇਹ ਕੇਵਲ ਇੱਕ ਰੋਟੀ ਅਤੇ ਦਾਖਰਸ ਨਹੀਂ ਹੈ, ਇਹ ਇੱਕ ਬਹੁਤ ਹੀ ਮਹੱਤਵਪੂਰਨ ਵਿਧੀ ਹੈ ਜਿਸ ਵਿੱਚ ਸਾਡੇ ਲਈ ਪਰਮੇਸ਼ਵਰ ਦਾ ਵਾਅਦਾ ਸ਼ਾਮਿਲ ਹੈ। ਸਾਨੂੰ ਇਹਨਾਂ ਵਚਨਾਂ ਨੂੰ ਸਮਝਣਾ ਅਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਸਾਡੇ ਲਈ ਪਸਾਹ ਦੀ ਰੋਟੀ ਅਤੇ ਦਾਖਰਸ ਖਾਣ ਅਤੇ ਪੀਣ ਦਾ ਕੀ ਮਤਲਬ ਹੈ? ਇਸ ਨੂੰ ਆਸਾਨੀ ਨਾਲ ਕਹੀਏ ਤਾਂ ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਪਰਮੇਸ਼ਵਰ ਦੇ ਪਵਿੱਤਰ ਸਰੀਰ ਅਤੇ ਉਹਨਾਂ ਦੇ ਪਵਿੱਤਰ ਕੀਮਤੀ ਲਹੂ ਨੂੰ ਪ੍ਰਾਪਤ ਕਰ ਸਕਦੇ ਹਾਂ। ਜਦ ਸਾਡੇ ਵਿੱਚ ਪਰਮੇਸ਼ਵਰ ਦਾ ਸਰੀਰ ਅਤੇ ਲਹੂ ਹੁੰਦਾ ਹੈ ਤਾਂ ਪਰਮੇਸ਼ਵਰ ਅਤੇ ਸਾਡੇ ਵਿੱਚ ਇਹ ਕਿਸ ਤਰ੍ਹਾਂ ਦਾ ਸੰਬੰਧ ਸਥਾਪਿਤ ਕਰਦਾ ਹੈ? ਉਸ ਸਮੇਂ ਤੋਂ ਉਹ ਸਾਡੇ ਮਾਤਾ-ਪਿਤਾ ਬਣ ਜਾਂਦੇ ਹਨ, ਅਸੀਂ ਉਹਨਾਂ ਦੀ ਸੰਤਾਨ ਬਣ ਜਾਂਦੇ ਹਾਂ। ਕਿਉਂਕਿ ਹੁਣ ਮਾਤਾ-ਪਿਤਾ ਅਤੇ ਸੰਤਾਨ ਵਰਗਾ ਪਰਮੇਸ਼ਵਰ ਅਤੇ ਸਾਡੇ ਵਿੱਚ ਇੱਕ ਰਿਸ਼ਤਾ ਹੈ, ਤਾਂ ਜੋ ਲੋਕ ਪਸਾਹ ਮਨਾਉਂਦੇ ਹਨ ਉਹਨਾਂ ਕੋਲ ਕੀ ਅਧਿਕਾਰ ਹੈ? ਉਹਨਾਂ ਕੋਲ ਪਰਮੇਸ਼ਵਰ ਨੂੰ ਪਿਤਾ ਜੀ ਅਤੇ ਮਾਤਾ ਜੀ ਕਹਿਣ ਦਾ ਅਧਿਕਾਰ ਹੈ। ਆਓ ਅਸੀਂ 2 ਕੁਰਿੰਥੀਓ 6 ਵਚਨ 17 ਵਿੱਚ ਇਸ ਦੀ ਪੁਸ਼ਟੀ ਕਰੀਏ। ਇਸ ਲਈ ਉਹਨਾਂ ਵਿੱਚੋਂ ਨਿਕਲ ਆਓ ਅਤੇ ਅੱਡ ਹੋਵੋ। ਪ੍ਰਭੂ ਆਖਦਾ ਹੈ, ਅਤੇ ਕਿਸੇ ਪ੍ਰਿਸ਼ਟ ਵਸਤੂ ਨੂੰ ਹੱਥ ਨਾ ਲਾਓ, ਮੈਂ ਤੁਹਾਨੂੰ ਕਬੂਲ ਕਰ ਲਵਾਂਗਾ।
ਅਤੇ ਮੈਂ ਤੁਹਾਡਾ ਕੀ ਹੋਵਾਂਗਾ? ਪਿਤਾ ਹੋਵਾਂਗਾ। ਅਤੇ ਤੁਸੀਂ ਮੇਰੇ ਕੀ ਹੋਵੋਗੇ? ਮੇਰੇ ਪੁੱਤਰ ਅਤੇ ਧੀਆਂ ਹੋਵੋਗੇ। ਇਹ ਸਰਬ ਸ਼ਕਤੀਮਾਨ ਪ੍ਰਭੂ ਪਰਮੇਸ਼ਵਰ ਦਾ ਵਚਨ ਹੈ। ਇੱਥੇ ਪਰਮੇਸ਼ਵਰ ਨੇ ਆਪਣੇ ਪੁੱਤਰ ਅਤੇ ਧੀਆਂ ਦੇ ਲਈ ਇੱਕ ਪਿਤਾ ਹੋਣ ਦਾ ਸਬੰਧ ਸਥਾਪਿਤ ਕੀਤਾ। ਦੂਸਰੇ ਸ਼ਬਦਾਂ ਵਿੱਚ ਮਾਤਾ ਪਿਤਾ ਅਤੇ ਸੰਤਾਨਾਂ ਦੇ ਸਬੰਧ ਦੁਆਰਾ ਪਰਮੇਸ਼ਵਰ ਨੇ ਸਾਨੂੰ ਖੁਦ ਨਾਲ ਜੋੜਿਆ ਹੈ। ਸਾਨੂੰ ਇਹ ਵਚਨ ਦੇਣ ਤੋਂ ਪਹਿਲਾਂ ਉਹਨਾਂ ਨੇ ਸਾਨੂੰ ਹੋਰ ਕੀ ਸਿੱਖਿਆ ਦਿੱਤੀ? ਆਓ ਅਸੀਂ ਪਹਿਲਾ ਕੁਰਿੰਥੀਓ ਦੀ ਪੁਸਤਕ ਦੇਖੀਏ, ਜੋ ਇੱਕ ਹੀ ਕੁਰਿੰਥੁਸ ਦੇ ਲੋਕਾਂ ਨੂੰ ਲਿਖਿਆ ਗਿਆ ਸੀ। ਹੁਣ ਅਸੀਂ ਦੂਸਰਾ ਕੁਰਿੰਥੀਓ ਦੀ ਪੁਸਤਕ ਨੂੰ ਪੜ੍ਹਿਆ ਹੈ, ਤਾਂ ਆਓ ਅਸੀਂ ਪਹਿਲਾ ਕੁਰਿੰਥੀਓ ਅਧਿਆਇ 11 ਉੱਤੇ ਜਾਈਏ। ਵਚਨ 22, ਭਲਾ ਖਾਣ ਪੀਣ ਲਈ ਤੁਹਾਡੇ ਆਪਣੇ ਘਰ ਨਹੀਂ ਹਨ? ਅਥਵਾ ਤੁਸੀਂ ਪਰਮੇਸ਼ਵਰ ਦੀ ਕਲੀਸਿਆ ਨੂੰ ਤੁੱਛ ਸਮਝਦੇ ਅਤੇ ਜਿਨ੍ਹਾਂ ਦੇ ਕੋਲ ਨਹੀਂ ਹਨ ਉਹਨਾਂ ਨੂੰ ਲੱਜਾਵਾਨ ਕਰਦੇ ਹੋ। ਮੈਂ ਤੁਹਾਨੂੰ ਕੀ ਆਖਾਂ? ਭਲਾ ਇਸ ਵਿੱਚ ਤੁਹਾਡੀ ਵਡਿਆਈ ਕਰਾਂ? ਮੈਂ ਤੁਹਾਡੀ ਵਡਿਆਈ ਨਹੀਂ ਕਰਦਾ ਹਾਂ। ਮੈਂ ਤਾਂ ਇਹ ਗੱਲ ਪ੍ਰਭੂ ਤੋਂ ਪਾਈ ਸੀ ਜਿਹੜੀ ਤੁਹਾਨੂੰ ਸੌਂਪ ਦਿੱਤੀ। ਭਾਈ ਪ੍ਰਭੂ ਯੀਸ਼ੂ ਨੇ ਜਿਸ ਰਾਤ ਉਹ ਫੜਵਾਇਆ ਗਿਆ ਸੀ, ਰੋਟੀ ਲਈ ਅਤੇ ਸ਼ੁਕਰ ਕਰਕੇ ਤੋੜੀ ਅਤੇ ਕਿਹਾ, ਇਹ ਮੇਰਾ ਸਰੀਰ ਹੈ ਜੋ ਤੁਹਾਡੇ ਲਈ ਹੈ, ਮੇਰੀ ਯਾਦਗਿਰੀ ਲਈ ਇਹ ਕਰਿਆ ਕਰੋ। ਇਸੇ ਤਰ੍ਹਾਂ ਉਸਨੇ ਬਿਆਰੀ ਪਿੱਛੇ ਪਿਆਲਾ ਵੀ ਲਿਆ ਅਤੇ ਕਿਹਾ, ਇਹ ਪਿਆਲਾ ਮੇਰੇ ਲਹੂ ਵਿੱਚ ਨਵਾਂ ਨੇਮ ਹੈ। ਜਦ ਕਦੀ ਪੀਓ ਤਾਂ ਮੇਰੀ ਯਾਦਗਿਰੀ ਲਈ ਇਹ ਹੀ ਕਰਿਆ ਕਰੋ। ਇਹ ਕਿਹੜਾ ਪਰਵ ਹੈ? ਇਹ ਪਸਾ ਮਨਾਉਣ ਦਾ ਦ੍ਰਿਸ਼ ਹੈ ਜੋ ਲੂਕਾ ਅਧਿਆਇ 22 ਵਚਨ 19 ਅਤੇ 20 ਵਿੱਚ ਦਿਖਾਈ ਦਿੰਦਾ ਹੈ। ਅਸੀਂ ਹੁਣੇ ਪਹਿਲਾ ਕੁਰਿੰਥੀਓ 11 ਨੂੰ ਪੜ੍ਹਿਆ ਹੈ। ਪਹਿਲਾ ਕੁਰਿੰਥੀਓ ਦੀ ਪੁਸਤਕ ਭੇਜਣ ਤੋਂ ਬਾਅਦ ਦੂਸਰਾ ਕੁਰਿੰਥੀਓ ਦੀ ਪੁਸਤਕ ਕੁਰਿੰਥੁਸ ਦੇ ਲੋਕਾਂ ਨੂੰ ਭੇਜਿਆ ਗਿਆ ਦੂਸਰਾ ਪੱਤਰ ਸੀ। ਦੂਸਰਾ ਕੁਰਿੰਥੀਓ ਅਧਿਆਇ 6 ਵਚਨ 18 ਦੇ ਅਨੁਸਾਰ ਸਾਨੂੰ ਪਰਮੇਸ਼ਵਰ ਨੂੰ ਕੀ ਕਹਿਣਾ ਚਾਹੀਦਾ ਹੈ? ਲਿਖਿਆ ਹੈ, ਮੈਂ ਤੁਹਾਡਾ ਪਿਤਾ ਹੋਵਾਂਗਾ ਅਤੇ ਤੁਸੀਂ ਮੇਰੀ ਸੰਤਾਨ ਅਰਥਾਤ ਮੇਰੇ ਪੁੱਤਰ ਅਤੇ ਧੀਆਂ ਹੋਵੋਗੇ। ਪਰਮੇਸ਼ਵਰ ਨੇ ਸਾਨੂੰ ਆਪਣਾ ਪਵਿੱਤਰ ਸਰੀਰ ਅਤੇ ਕੀਮਤੀ ਲਹੂ ਦਿੱਤਾ ਹੈ। ਸਾਡੇ ਕੋਲ ਮਸੀਹ ਦਾ ਪਵਿੱਤਰ ਸਰੀਰ ਅਤੇ ਨਾਲ ਹੀ ਉਹਨਾਂ ਦਾ ਪਵਿੱਤਰ ਅਤੇ ਕੀਮਤੀ ਲਹੂ ਹੈ। ਇਸ ਤਰ੍ਹਾਂ ਇਹ ਕੁਦਰਤੀ ਹੈ ਕਿ ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਪ੍ਰਾਪਤ ਕੀਤਾ ਹੈ, ਉਹਨਾਂ ਨੂੰ ਪਰਮੇਸ਼ਵਰ ਨੂੰ ਪਿਤਾ ਜੀ ਅਤੇ ਮਾਤਾ ਜੀ ਕਹਿਣ ਦਾ ਅਧਿਕਾਰ ਦਿੱਤਾ ਜਾਂਦਾ। ਇਹ ਸਭ ਸੱਚਾਈ ਨੂੰ ਸਥਾਪਿਤ ਕਰਨ ਅਤੇ ਉਸ ਦੀ ਗਵਾਹੀ ਦੇਣ ਦੇ ਲਈ ਸਾਡੇ ਅੱਗੇ ਕੌਣ ਆਇਆ? ਰੋਮੀਓ ਦੀ ਪੁਸਤਕ ਵਿੱਚ ਲਿਖਿਆ ਹੈ ਕਿ ਆਤਮਾ ਆਪ ਹੀ ਇਹ ਸਭ ਦੀ ਗਵਾਹੀ ਦਿੰਦਾ ਹੈ। ਆਓ ਅਸੀਂ ਰੋਮੀਓ ਅਧਿਆਇ 8 ਵਚਨ 16 ਦੇਖੀਏ। ਉਹ ਆਤਮਾ ਆਪ ਸਾਡੇ ਆਤਮਾ ਦੇ ਨਾਲ ਸਾਖੀ ਦਿੰਦਾ ਹੈ, ਭਾਈ ਅਸੀਂ ਪਰਮੇਸ਼ਵਰ ਦੇ ਬਾਲਕ ਹਾਂ। ਜਦ ਮਾਤਾ ਪਿਤਾ ਅਤੇ ਉਹਨਾਂ ਦੀ ਸੰਤਾਨਾਂ ਦੇ ਵਿੱਚ ਸਬੰਧਾਂ ਨੂੰ ਪ੍ਰਮਾਣਿਤ ਕਰਨ ਦੀ ਗੱਲ ਆਉਂਦੀ ਹੈ ਤਾਂ ਮਾਤਾ ਪਿਤਾ ਦਾ ਸਰੀਰ ਅਤੇ ਲਹੂ ਇਸ ਗੱਲ ਦਾ ਪੱਕਾ ਸਬੂਤ ਹੈ ਕਿ ਉਹਨਾਂ ਦੀ ਸੰਤਾਨ ਕੌਣ ਹੈ। ਕੀ ਇਸ ਤੋਂ ਸਪਸ਼ਟ ਕੋਈ ਹੋਰ ਸਬੂਤ ਹੋ ਸਕਦਾ ਹੈ? ਕਿ ਇਹ ਸਭ ਤੋਂ ਪੱਕਾ ਸਬੂਤ ਨਹੀਂ ਹੈ। ਇਸ ਲਈ ਪਰਮੇਸ਼ਵਰ ਨੇ ਪਸਾਹ ਦੇ ਦੁਆਰਾ, ਜਿਸ ਨੂੰ ਅੱਜ ਅਸੀਂ ਮਨਾ ਰਹੇ ਹਾਂ, ਸਵਰਗੀ ਸੰਤਾਨਾਂ ਨੂੰ ਕੀ ਦੇਣ ਦਾ ਵਾਅਦਾ ਕੀਤਾ ਹੈ? ਪਰਮੇਸ਼ਵਰ ਨੇ ਇਸ ਪਸਾਹ ਦੇ ਪਰਮ ਨੂੰ ਮਸੀਹ ਦਾ ਸਰੀਰ ਅਰਥਾਤ ਪਰਮੇਸ਼ਵਰ ਦਾ ਪਵਿੱਤਰ ਸਰੀਰ ਅਤੇ ਕੀਮਤੀ ਲਹੂ ਵਿੱਚ ਭਾਗ ਲੈਣ ਦੇ ਲਈ ਨਿਯੁਕਤ ਕੀਤਾ। ਆਓ ਅਸੀਂ ਫਿਰ ਤੋਂ ਵਚਨ 16 ਦੇਖੀਏ। ਉਹ ਆਤਮਾ ਆਪ ਸਾਡੇ ਆਤਮਾ ਦੇ ਨਾਲ ਸਾਖੀ ਦਿੰਦਾ ਹੈ, ਭਾਈ ਅਸੀਂ ਪਰਮੇਸ਼ਵਰ ਦੇ ਬਾਲਕ ਹਾਂ ਅਤੇ ਜੇ ਬਾਲਕ ਹਾਂ ਤਾਂ ਅਧਿਕਾਰੀ ਵੀ ਹਾਂ, ਪਰਮੇਸ਼ਵਰ ਦੇ ਅਧਿਕਾਰੀ ਅਤੇ ਮਸੀਹ ਦੇ ਨਾਲ ਸਾਂਝੇ ਅਧਿਕਾਰੀ। ਪਰ ਤਦੇ ਜੇ ਅਸੀਂ ਉਹਦੇ ਨਾਲ ਦੁੱਖ ਚੱਲੀਏ, ਭਾਈ ਉਹਦੇ ਨਾਲ ਅਸੀਂ ਵਡਿਆਏ ਜਾਈਏ। ਮੇਰੀ ਸਮਝ ਵਿੱਚ ਇਸ ਵਰਤਮਾਨ ਸਮੇਂ ਦੇ ਦੁੱਖ ਉਸ ਪ੍ਰਤਾਪ ਨਾਲ ਜੋ ਸਾਡੀ ਵੱਲ ਪ੍ਰਕਾਸ਼ ਹੋਣ ਵਾਲਾ ਹੈ ਮਿਚਾਉਣ ਦੇ ਯੋਗ ਨਹੀਂ। ਆਤਮਾ ਨੇ ਪਹਿਲਾਂ ਹੀ ਗਵਾਹੀ ਦਿੱਤੀ ਕਿ ਅਸੀਂ ਪਰਮੇਸ਼ਵਰ ਦੀ ਸੰਤਾਨ ਹਾਂ। ਇਸ ਬਾਰੇ ਵਿੱਚ ਗਵਾਹੀ ਦੇਣ ਦੇ ਲਈ ਉਸਨੇ ਕਿਸ ਦੀ ਵਰਤੋਂ ਕੀਤੀ? ਅਸੀਂ ਕੇਵਲ ਇਹ ਕਹਿ ਕੇ ਪਰਮੇਸ਼ਵਰ ਦੀ ਸੰਤਾਨ ਨਹੀਂ ਬਣ ਸਕਦੇ ਕਿ ਮੈਂ ਪਰਮੇਸ਼ਵਰ ਨੂੰ ਪਿਆਰ ਕਰਦਾ ਹਾਂ, ਇਸ ਲਈ ਪਰਮੇਸ਼ਵਰ ਮੇਰੇ ਪਿਤਾ ਹੈ ਅਤੇ ਪਰਮੇਸ਼ਵਰ ਮੇਰੀ ਮਾਤਾ ਹੈ। ਸਾਡੇ ਕਈ ਭਰਾਵਾਂ ਅਤੇ ਭੈਣਾਂ ਵਿੱਚੋਂ ਕੁਝ ਕਿਸੇ ਦੇ ਲਈ ਮਾਤਾ ਹਨ ਅਤੇ ਤੁਹਾਡੇ ਵਿੱਚੋਂ ਕੁਝ ਕਿਸੇ ਦੇ ਲਈ ਪਿਤਾ ਹਨ। ਜੇਕਰ ਤੁਹਾਡੇ ਕੋਲ ਲੰਘਣ ਵਾਲਾ ਕੋਈ ਵੀ ਨੌਜਵਾਨ ਵਿਅਕਤੀ ਬਸ ਇਹ ਕਹਿੰਦਾ ਤੁਸੀਂ ਮੇਰੀ ਮਾਤਾ ਹੋ ਜਾਂ ਤੁਸੀਂ ਮੇਰੇ ਪਿਤਾ ਹੋ, ਤਾਂ ਕੀ ਤੁਸੀਂ ਉਸਦੇ ਪਿਤਾ ਜਾਂ ਮਾਤਾ ਬਣ ਸਕਦੇ ਹੋ ਜਿਸ ਨੇ ਤੁਹਾਡਾ ਸਰੀਰ ਅਤੇ ਲਹੂ ਵਿਰਾਸਤ ਵਿੱਚ ਨਹੀਂ ਪ੍ਰਾਪਤ ਕੀਤਾ ਹੈ? ਭਾਵੇਂ ਕੋਈ ਸੰਤਾਨ ਮਾਤਾ ਪਿਤਾ ਦੇ ਦਿਲ ਨੂੰ ਕਿੰਨਾ ਹੀ ਕਿਉਂ ਨਾ ਤੋੜਦੀ ਹੋਵੇ, ਕੀ ਪਰਿਵਾਰ ਦੇ ਰਿਸ਼ਤੇ ਨੂੰ ਤਦ ਤੱਕ ਤੋੜਿਆ ਜਾ ਸਕਦਾ ਹੈ ਜਦ ਤੱਕ ਕਿ ਸੰਤਾਨ ਵਿੱਚ ਉਸਦੇ ਮਾਤਾ ਪਿਤਾ ਦਾ ਸਰੀਰ ਅਤੇ ਲਹੂ ਹੈ। ਉਸਦੇ ਰਿਸ਼ਤੇ ਨੂੰ ਹਮੇਸ਼ਾ ਦੇ ਲਈ ਤੋੜਿਆ ਨਹੀਂ ਜਾ ਸਕਦਾ ਹੈ ਕਿਉਂਕਿ ਸੰਤਾਨ ਵਿੱਚ ਉਸਦੇ ਮਾਤਾ ਪਿਤਾ ਦਾ ਸਰੀਰ ਅਤੇ ਲਹੂ ਹੁੰਦਾ ਹੈ। ਇਸ ਲਈ
ਪਰਮੇਸ਼ਵਰ ਨੇ ਸਾਨੂੰ ਪਸਾਹ ਦੇ ਦੁਆਰਾ ਆਪਣੀ ਸੰਤਾਨਾਂ ਦੇ ਰੂਪ ਵਿੱਚ ਸਵੀਕਾਰ ਕਰਨ ਦੀ ਵਿਧੀ ਦਿੱਤੀ ਅਤੇ ਪਰਮੇਸ਼ਵਰ ਨੇ ਕਿਹਾ, ਜਦ ਤੂੰ ਪਾਣੀ ਵਿੱਚੋਂ ਲੰਘੇ ਤਾਂ ਮੈਂ ਤੇਰੀ ਰੱਖਿਆ ਕਰਾਂਗਾ, ਜਦ ਤੂੰ ਅੱਗ ਵਿੱਚੋਂ ਜਾਵੇਂ ਤਾਂ ਮੈਂ ਤੇਰੀ ਰੱਖਿਆ ਕਰਾਂਗਾ, ਮੈਂ ਤੇਰੀ ਰੱਖਿਆ ਕਰਾਂਗਾ। ਪਰਮੇਸ਼ਵਰ ਨੇ ਸਾਡੇ ਨਾਲ ਵਾਅਦਾ ਕੀਤਾ ਕਿ ਉਹ ਜੀਵਨ ਭਰ ਸਾਡੀ ਅਗਵਾਈ ਕਰਨਗੇ, ਭਾਵੇਂ ਉਹ ਸਾਨੂੰ ਕਿਸੇ ਵੀ ਰਾਹ ਉੱਤੇ ਲੈ ਜਾਣ। ਇਹ ਹਮੇਸ਼ਾ ਸਭ ਤੋਂ ਚੰਗਾ ਰਾਹ ਹੋਵੇਗਾ ਜੋ ਆਖਰਕਾਰ ਸਾਨੂੰ ਸਵਰਗ ਦੇ ਰਾਜ ਵੱਲ ਲੈ ਜਾਂਦਾ ਹੈ। ਪਰਮੇਸ਼ਵਰ ਨੇ ਸਾਡੇ ਨਾਲ ਇਹ ਵੀ ਵਾਅਦਾ ਕੀਤਾ ਕਿ ਜੇਕਰ ਸਾਡੇ ਜੀਵਨ ਵਿੱਚ ਕੋਈ ਮੁਸ਼ਕਿਲ ਹੈ ਤਾਂ ਉਹਨਾਂ ਨੇ ਕਿਹਾ, ਮੈਂ ਤੁਹਾਡੀ ਮਦਦ ਕਰਾਂਗਾ। ਇਸ ਤਰ੍ਹਾਂ ਇਸ ਲਈ ਹੈ ਕਿਉਂਕਿ ਅਸੀਂ ਪਰਮੇਸ਼ਵਰ ਦੇ ਪੁੱਤਰ ਬਣ ਗਏ ਹਾਂ ਅਤੇ ਪਰਮੇਸ਼ਵਰ ਦੀ ਧੀਆਂ ਬਣ ਗਏ ਹਾਂ। ਆਓ ਅਸੀਂ ਯਸ਼ਾਇਆ ਅਧਿਆਇ 41 ਵਚਨ 10 ਦੇਖੀਏ। ਨਾ ਡਰ, ਮੈਂ ਤੇਰੇ ਅੰਗ ਸੰਗ ਜੋ ਹਾਂ, ਨਾ ਘਾਬਰ, ਮੈਂ ਤੇਰਾ ਪਰਮੇਸ਼ਵਰ ਜੋ ਹਾਂ। ਮੈਂ ਤੈਨੂੰ ਜ਼ੋਰ ਬਖਸ਼ਾਂਗਾ, ਹਾਂ ਮੈਂ ਤੇਰੀ ਸਹਾਇਤਾ ਕਰਾਂਗਾ, ਹਾਂ ਮੈਂ ਤੈਨੂੰ ਆਪਣੇ ਫਤਿਹਮੰਦ ਸੱਜੇ ਹੱਥ ਨਾਲ ਸੰਭਾਲਾਂਗਾ। ਵੇਖੋ, ਉਹ ਜੋ ਤੇਰੇ ਨਾਲ ਗੁੱਸੇ ਹਨ ਸ਼ਰਮਿੰਦੇ ਹੋਣਗੇ ਅਤੇ ਉਹਨਾਂ ਦੇ ਮੂੰਹ ਕਾਲੇ ਹੋ ਜਾਣਗੇ, ਅਤੇ ਉਹ ਜੋ ਤੇਰੇ ਨਾਲ ਲੜਦੇ ਹਨ ਨਾ ਹੋਇਆ ਜਿਹੇ ਹੋ ਕੇ ਨਾਸ ਹੋ ਜਾਣਗੇ। ਜੋ ਤੇਰੇ ਨਾਲ ਝਗੜਦੇ ਹਨ ਤੂੰ ਉਹਨਾਂ ਨੂੰ ਭਾਲੇਂਗਾ ਪਰ ਪਾਏਂਗਾ ਨਾ। ਜੋ ਤੇਰੇ ਨਾਲ ਯੁੱਧ ਕਰਦੇ ਹਨ ਉਹ ਨਾ ਹੋਇਆ ਜਿਹੇ ਸਗੋਂ ਨੇਸਤੀ ਜਿਹੇ ਹੋਣਗੇ। ਮੈਂ ਯਹੋਵਾ ਤੇਰਾ ਪਰਮੇਸ਼ਵਰ ਤਾਂ ਤੇਰਾ ਸੱਜਾ ਹੱਥ ਫੜੀ ਬੈਠਾ ਹਾਂ। ਮੈਂ ਤੈਨੂੰ ਆਖਦਾ ਹਾਂ, ਨਾ ਡਰ, ਮੈਂ ਤੇਰੀ ਸਹਾਇਤਾ ਕਰਾਂਗਾ। ਪਰਮੇਸ਼ਵਰ ਬਸ ਮਨਮਾਨੀ ਢੰਗ ਨਾਲ ਕਿਸੇ ਦੀ ਵੀ ਮਦਦ ਨਹੀਂ ਕਰਦੇ। ਜਿਵੇਂ ਤੁਸੀਂ ਇਸ ਵਚਨ ਦੇ ਦੁਆਰਾ ਦੇਖ ਸਕਦੇ ਹੋ, ਪਰਮੇਸ਼ਵਰ ਉਸ ਦੀ ਮਦਦ ਕਰਦੇ ਹਨ ਕਿਉਂਕਿ ਉਹ ਪਰਮੇਸ਼ਵਰ ਦੀ ਸੰਤਾਨ ਹਨ। ਇਸ ਦੇ ਇਲਾਵਾ ਕਿਉਂਕਿ ਉਹ ਪਰਮੇਸ਼ਵਰ ਦੀ ਸਵਰਗੀ ਸੰਤਾਨਾਂ ਹਨ ਤਾਂ ਉਹ ਉਹਨਾਂ ਨੂੰ ਕੀ ਦਿੰਦੇ ਹਨ? ਪਰਮੇਸ਼ਵਰ ਉਹਨਾਂ ਨੂੰ ਸਦੀਪਕ ਜੀਵਨ ਦਿੰਦੇ ਹਨ। ਕੀ ਇਹ ਕੁਦਰਤੀ ਨਹੀਂ ਹੈ ਕਿ ਬੱਚੇ ਆਪਣੇ ਮਾਤਾ-ਪਿਤਾ ਦੇ DNA ਨੂੰ ਪ੍ਰਾਪਤ ਕਰਦੇ ਹਨ? ਆਪਣੇ ਸਰੀਰ ਅਤੇ ਲਹੂ ਦੇ ਦੁਆਰਾ ਪਰਮੇਸ਼ਵਰ ਨੇ ਸਾਨੂੰ DNA ਦਿੱਤਾ ਹੈ ਜਿਸ ਵਿੱਚ ਸਦੀਪਕ ਜੀਵਨ ਹੈ। ਕਿ ਇਸ ਕਾਰਨ ਤੋਂ ਪਰਮੇਸ਼ਵਰ ਨੇ ਯੋਹਨਾ 6 ਵਿੱਚ ਵਾਅਦਾ ਨਹੀਂ ਕੀਤਾ ਕਿ ਜੋ ਕੋਈ ਵੀ ਪਸਾਹ ਦੀ ਰੋਟੀ ਖਾਂਦਾ ਹੈ ਅਤੇ ਦਾਖਰਸ ਪੀਂਦਾ ਹੈ ਉਸ ਕੋਲ ਸਦੀਪਕ ਜੀਵਨ ਹੈ ਅਤੇ ਉਹ ਉਸ ਨੂੰ ਅੰਤਿਮ ਦਿਨ ਫਿਰ ਜਿਉਂਦਾ ਕਰਨਗੇ। ਸਮਝਣ ਦਾ ਦੂਸਰਾ ਤਰੀਕਾ ਇਹ ਹੈ ਕਿ ਜੋ ਲੋਕ ਪਸਾਹ ਦੀ ਰੋਟੀ ਅਤੇ ਦਾਖਰਸ ਨੂੰ ਨਹੀਂ ਖਾਂਦੇ ਅਤੇ ਪੀਂਦੇ ਹਨ ਉਹ ਪਰਮੇਸ਼ਵਰ ਦੀ ਸੰਤਾਨ ਨਹੀਂ ਹੈ, ਕਿਉਂਕਿ ਉਹਨਾਂ ਕੋਲ ਪਰਮੇਸ਼ਵਰ ਦਾ ਪਵਿੱਤਰ ਸਰੀਰ ਅਤੇ ਲਹੂ ਨਹੀਂ ਹੈ, ਹੈ ਨਾ? ਇਸ ਤਰ੍ਹਾਂ ਦੇ ਲੋਕਾਂ ਕੋਲ ਪਰਮੇਸ਼ਵਰ ਨੂੰ ਸਾਡੇ ਪਿਤਾ ਅਤੇ ਮਾਤਾ ਕਹਿਣ ਦਾ ਅਧਿਕਾਰ ਨਹੀਂ ਹੈ। ਭਲੇ ਹੀ ਜੇਕਰ ਉਹ ਪਰਮੇਸ਼ਵਰ ਨੂੰ ਆਪਣੇ ਪਿਤਾ ਅਤੇ ਮਾਤਾ ਕਹਿੰਦੇ ਹਨ, ਪਰ ਅੰਤ ਵਿੱਚ ਪਰਮੇਸ਼ਵਰ ਉਹਨਾਂ ਨੂੰ ਆਪਣੀ ਸੱਚੀ ਸੰਤਾਨਾਂ ਤੋਂ ਅਲੱਗ ਕਰ ਦੇਣਗੇ, ਕਿਉਂਕਿ ਉਹਨਾਂ ਕੋਲ ਪਸਾਹ ਦੇ ਦੁਆਰਾ ਪਰਮੇਸ਼ਵਰ ਦਾ ਪਵਿੱਤਰ ਸਰੀਰ ਅਤੇ ਕੀਮਤੀ ਲਹੂ ਨਹੀਂ ਹੈ। ਤਾਂ ਪਰਮੇਸ਼ਵਰ ਉਹਨਾਂ ਤੋਂ ਕਹਿਣਗੇ, ਤੁਸੀਂ ਮੇਰੀ ਸੰਤਾਨ ਨਹੀਂ ਹੋ। ਸਵਰਗੀ ਘਰ ਕੇਵਲ ਸਵਰਗੀ ਪਰਿਵਾਰ ਦੇ ਮੈਂਬਰਾਂ ਦੇ ਲਈ ਹੈ, ਇਸ ਲਈ ਤੁਸੀਂ ਸਾਰੇ ਮੇਰੇ ਕੋਲੋਂ ਚਲੇ ਜਾਓ ਜੋ ਮੇਰੀ ਸੰਤਾਨ ਨਹੀਂ ਹੋ। ਮੈਂ ਤੁਹਾਨੂੰ ਕਦੇ ਨਹੀਂ ਜਾਣਿਆ। ਇਸ ਲਈ ਪਸਾਹ ਦੀ ਰੋਟੀ ਅਤੇ ਦਾਖਰਸ ਸਾਨੂੰ ਦਿੰਦੇ ਹੋਏ ਯੀਸ਼ੂ ਨੇ ਕਿਹਾ, ਇਹ ਮੇਰਾ ਸਰੀਰ ਹੈ, ਇਹ ਮੇਰਾ ਲਹੂ ਹੈ। ਇਹ ਨਵਾਂ ਨੇਮ ਹੈ ਜਿਸ ਨੂੰ ਮੈਂ ਤੁਹਾਡੇ ਲਈ ਸਥਾਪਿਤ ਕਰ ਰਿਹਾ ਹਾਂ। ਪਰਮੇਸ਼ਵਰ ਨੇ ਸਾਨੂੰ ਇਹ ਵਾਅਦਾ ਇੱਕ ਨੇਮ ਦੇ ਰੂਪ ਵਿੱਚ ਦਿੱਤਾ ਹੈ। ਸਾਰੇ ਲੋਕੋ, ਕਿ ਉਹਨਾਂ ਗੱਲਾਂ ਵਿੱਚੋਂ ਵੱਡਾ ਫਰਕ ਨਹੀਂ ਹੈ ਜਿਸ ਵਿੱਚ ਵਾਅਦਾ ਹੈ ਅਤੇ ਜਿਸ ਵਿੱਚ ਵਾਅਦਾ ਨਹੀਂ ਹੈ। ਜਿਵੇਂ ਮੈਂ ਹਮੇਸ਼ਾ ਇਹ ਉਦਾਹਰਨ ਦਿੰਦਾ ਹਾਂ ਕਿ ਬਪਤਿਸਮਾ ਦੇ ਲਈ ਵਰਤੋਂ ਕੀਤਾ ਜਾਣ ਵਾਲਾ ਪਾਣੀ ਅਤੇ ਗੰਦਗੀ ਨੂੰ ਧੋਣ ਲਈ ਵਰਤੋਂ ਕੀਤਾ ਜਾਣ ਵਾਲਾ ਪਾਣੀ ਵਿੱਚ ਫਰਕ ਹੈ। ਅਸੀਂ ਆਪਣੇ ਹੱਥ, ਮੂੰਹ ਅਤੇ ਪੈਰਾਂ ਨੂੰ ਧੋਣ ਦੇ ਲਈ ਹਰ ਦਿਨ ਜਿਸ ਪਾਣੀ ਦੀ ਵਰਤੋਂ ਕਰਦੇ ਹਾਂ, ਕਿ ਉਹ ਸਾਡੇ ਪਾਪਾਂ ਨੂੰ ਸਾਫ਼ ਕਰ ਸਕਦਾ ਹੈ? ਅਸੀਂ ਆਪਣੇ ਹੱਥ, ਪੈਰ, ਬਾਲ ਜਾਂ ਮੂੰਹ ਨੂੰ ਭਾਵੇਂ ਜਿੰਨਾ ਵੀ ਧੋ ਲਈਏ, ਪਰ ਇਸ ਤਰ੍ਹਾਂ ਕਦੇ ਨਹੀਂ ਹੋ ਸਕਦਾ। ਪਰ ਬਪਤਿਸਮਾ ਦੇ ਲਈ ਅਸੀਂ ਜਿਸ ਪਾਣੀ ਦੀ ਵਰਤੋਂ ਕਰਦੇ ਹਾਂ ਉਸ ਦਾ ਇੱਕ ਅਲੱਗ ਅਰਥ ਹੈ ਨਾ? ਇਸ ਦਾ ਇੱਕ ਅਲੱਗ ਅਰਥ ਹੈ, ਭਲੇ ਹੀ ਇਹ ਇੱਕ ਹੀ ਪਾਣੀ ਹੈ। ਪਹਿਲਾ ਪਤਰਸ ਅਧਿਆਇ 3 ਵਿੱਚ ਦਿੱਤੇ ਗਏ ਪਰਮੇਸ਼ਵਰ ਦੇ ਵਚਨ ਅਨੁਸਾਰ ਕੀ ਪਰਮੇਸ਼ਵਰ ਨੇ ਇਹ ਨਹੀਂ ਦੱਸਿਆ ਕਿ ਪਾਣੀ ਮੁਕਤੀ ਦਾ ਇੱਕ ਨਿਸ਼ਾਨ ਹੈ ਜੋ ਸਾਡੇ ਸਾਰੇ ਪਾਪਾਂ ਅਤੇ ਅਪਰਾਧਾਂ ਨੂੰ ਦੂਰ ਕਰ ਸਕਦਾ ਹੈ? ਭਲੇ ਹੀ ਇਹ ਉਸੇ ਤੱਤ ਤੋਂ ਬਣਿਆ ਪਾਣੀ ਹੈ, ਪਰ ਜਿਸ ਪਾਣੀ ਵਿੱਚ ਨੇਮ ਹੁੰਦਾ ਹੈ ਉਸ ਵਿੱਚ ਪਾਪਾਂ ਨੂੰ ਮਾਫ ਕਰਨ ਦਾ ਅਧਿਕਾਰ ਹੁੰਦਾ ਹੈ। ਫਿਰ ਵੀ ਜਿਸ ਪਾਣੀ ਵਿੱਚ ਨੇਮ ਨਹੀਂ ਹੁੰਦਾ ਉਹ ਉਸ ਪਾਣੀ ਤੋਂ ਪੂਰੀ ਤਰ੍ਹਾਂ ਅਲੱਗ ਹੁੰਦਾ ਹੈ ਜਿਸ ਵਿੱਚ ਵਾਅਦਾ ਹੁੰਦਾ ਹੈ। ਅੱਜ ਅਸੀਂ ਜੋ ਰੋਟੀ ਅਤੇ ਦਾਖਰਸ ਖਾਣ ਅਤੇ ਪੀਣ ਜਾ ਰਹੇ ਹਾਂ ਉਸ ਵਿੱਚ ਪਰਮੇਸ਼ਵਰ ਦਾ ਨੇਮ ਹੈ। ਅੱਜ ਪਰਮੇਸ਼ਵਰ ਸਾਨੂੰ ਆਪਣੀ ਸੰਤਾਨ ਬਣਨ ਦਾ ਅਧਿਕਾਰ ਦਿੰਦੇ ਹਨ ਅਤੇ ਸਾਨੂੰ ਇਸ ਦਿਨ ਪਾਪ ਪਸਾਹ ਦੇ ਦਿਨ ਉੱਤੇ ਆਪਣੀ ਸੰਤਾਨਾਂ ਦੇ ਰੂਪ ਵਿੱਚ ਸਵੀਕਾਰ ਕਰਦੇ ਹਨ। ਪਸਾਹ ਦੀ ਰੋਟੀ ਅਤੇ ਦਾਖਰਸ ਸਿਰਫ ਰੋਟੀ ਦਾ ਇੱਕ ਟੁਕੜਾ ਅਤੇ ਦਾਖਰਸ ਦਾ ਇੱਕ ਪਿਆਲਾ ਨਹੀਂ ਹੈ। ਇੱਕ ਵਾਅਦਾ ਜੋ ਪਰਮੇਸ਼ਵਰ ਨੇ ਨੇਮ ਦੇ ਰੂਪ ਵਿੱਚ ਦਿੱਤਾ ਹੈ ਉਹ ਉਸ ਵਿੱਚ ਹੈ।
ਇਸ ਪਲ ਤੋਂ ਤੁਸੀਂ ਆਜ਼ਾਦ ਹੋ ਕੇ ਪਰਮੇਸ਼ਵਰ ਨੂੰ ਆਪਣੇ ਪਿਤਾ ਅਤੇ ਮਾਤਾ ਕਹਿ ਸਕਦੇ ਹੋ। ਭਾਵੇਂ ਅਸੀਂ ਜੋ ਵੀ ਕਰੀਏ, ਭਾਵੇਂ ਅਸੀਂ ਕਿੱਥੇ ਵੀ ਹੋਈਏ, ਪਰਮੇਸ਼ਵਰ ਹਮੇਸ਼ਾ ਸਾਡੀ ਰੱਖਿਆ ਅਤੇ ਸਾਡੀ ਮਦਦ ਕਰਨ ਦੇ ਲਈ ਉੱਥੇ ਰਹਿਣਗੇ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਹਾਡਾ ਸਾਰਾ ਪਰਿਵਾਰ ਵੀ ਪਿਤਾ ਅਤੇ ਮਾਤਾ ਜੀ ਦੀ ਆਸ਼ੀਸ਼ ਦੇ ਅਧੀਨ ਸਵਰਗ ਜਾਣਗੇ। ਬੇਸ਼ੱਕ ਅਸੀਂ ਸਾਰੇ ਸਵਰਗ ਵਿੱਚ ਖੁਸ਼ੀ ਨਾਲ ਰਹਾਂਗੇ, ਪਰ ਮੇਰੀ ਇੱਛਾ ਹੈ ਕਿ ਸਿਓਨ ਵਿੱਚ ਸਾਰੇ ਪਰਿਵਾਰ ਇਸ ਧਰਤੀ ਉੱਤੇ ਰਹਿੰਦੇ ਹੋਏ ਵੀ ਹਮੇਸ਼ਾ ਪਿਆਰ, ਖੁਸ਼ੀ ਅਤੇ ਸਦਭਾਵਨਾ ਦੇ ਨਾਲ ਰਹਿਣ। ਅੱਜ ਅਸੀਂ ਇਸ ਪਰਬ ਪਸਾਹ ਦੁਆਰਾ ਸਵਰਗੀ ਪਰਿਵਾਰ ਬਣ ਗਏ ਹਾਂ। ਅੱਜ ਅਸੀਂ ਜੋ ਪਸਾਹ ਮਨਾ ਰਹੇ ਹਾਂ, ਉਸ ਵਿੱਚ ਉਹ ਵਾਅਦਾ ਹੈ ਜਿਸ ਨੂੰ ਅਸੀਂ 1000 ਸੋਨੇ ਦੀਆਂ ਇੱਟਾਂ ਜਾਂ ਲੱਖਾਂ ਰੁਪਏ ਤੋਂ ਵੀ ਨਹੀਂ ਖਰੀਦ ਸਕਦੇ। ਤੁਹਾਨੂੰ ਅੱਜ ਬਹੁਤ ਕੀਮਤੀ ਵਾਅਦਾ ਦਿੱਤਾ ਗਿਆ ਹੈ। ਇਸ ਲਈ ਆਓ ਅਸੀਂ ਸਵਰਗੀ ਪਿਤਾ ਅਤੇ ਮਾਤਾ ਨੂੰ ਜ਼ਿਆਦਾ ਮਹਿਮਾ ਅਤੇ ਧੰਨਵਾਦ ਦਈਏ ਅਤੇ ਪਰਮੇਸ਼ਵਰ ਦੇ ਨੇੜੇ ਰਹਿ ਕੇ ਆਪਣਾ ਬਾਕੀ ਵਿਸ਼ਵਾਸ ਦਾ ਜੀਵਨ ਹੋਰ ਕਿਰਪਾ ਨਾਲ ਜੀਏ। ਇੱਕ ਵਾਰ ਫਿਰ ਮੈਂ ਇਸ ਕੀਮਤੀ ਆਸ਼ੀਸ਼ ਨੂੰ ਦੇਣ ਦੇ ਲਈ ਸਵਰਗੀ ਪਿਤਾ ਅਤੇ ਮਾਤਾ ਨੂੰ ਮਹਿਮਾ ਅਤੇ ਧੰਨਵਾਦ ਦਿੰਦਾ ਹਾਂ। ਇਸ ਦੇ ਦੁਆਰਾ ਮੈਂ ਅੱਜ ਦੇ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।